ਵਾਲਮੀਕ ਮਹਾਰਾਜ ਜੀਓ। ਖੋਟਾ ਕਰਮ ਕਰੇ ਨਰ ਮੂਰਖ, ਮੁੜ ਮੁੜ ਕੇ ਦੁਖ ਪਾਵੈ। ਜੋਗ ਜੋਇਥੇ ਬੀਜਨਾ, ਸੋ ਕੁਝ ਅੱਗੇ ਖਾਵੈ। ਮੁੜ ਕੇ ਵਾਪਸ ਦੇਂਦਾ ਨਾਹੀਂ, ਲੈ ਕੇ ਚੀਜ਼ ਉਧਾਰੀ। ਵਿਸ਼ੇ ਵਿਕਾਰਾਂ ਦੇ ਵਿੱਚ ਢੌਰ, ਉਮਰ ਗਵਾਈ ਸਾਰੀ। ਬੱਧਾ ਬੱਧ ਫੈਲੀ ਤੇ ਲੱਗ, ਬੁਰੇ ਕਰਮ ਤੋਂ ਕਦੇ ਤਾਂ ਥੱਕ। ਜੂਨ ਕਜੂਨ ਅੰਦਰ ਦੁੱਖ ਭਰਦਾ, ਵਾਰ ਵਾਰ ਜੰਮਦਾ ਤੇ ਮਰਦਾ। ਲੈਣਾ ਪਕੜ ਜਦੋਂ ਜਮਦੂਤ, ਜਾਣੇ ਛੋੜ ਧੀਆਂ ਤੇ ਪੂਤ। ਨਾਰੀ ਜਿਹੜੀ ਬੜੀ ਪਿਆਰੀ, ਦੇਖਣ ਆਉਣੀ ਨਹੀਂ ਮਦਾਰੀ। ਗਿਲ ਜਨ ਭੁੱਲਾ ਫਿਰੇ ਗਵਾਰ, ਨਾਮ ਬਿਨਾ ਕਿਸ ਕਰਨਾ ਪਾਰ। ਨਾਮ ਬਿਨਾ ਕਿਸ ਕਰਨਾ ਪਾਰ। ਸਤਿਨਾਮ ਸ੍ਰੀ ਗੁਰੂ ਵਾਲਮੀਕ ਮਹਾਰਾਜ ਜੀਓ। ਲਿਖੀ ਗੁਰੂ ਜੀ ਕਹਿੰਦੇ ਹਨ ਕਿ ਪਰਮਾਤਮਾ ਨੇ ਜਿੰਨਾ ਸੁੰਦਰ ਜੀਵਨ ਮਾਨਸਾਂ ਨੂੰ ਦਿੱਤਾ ਹੈ, ਹੋਰ ਕਿਸੇ ਜੂਨ ਦੇ ਕੋਲ ਐਸਾ ਸੁੰਦਰ ਜੀਵਨ ਨਹੀਂ ਹੈ। ਮਾਨਸ ਜੀਵ ਫਿਰ ਵੀ ਉਸ ਮਾਲਕ ਦਾ ਸ਼ੁਕਰਗੁਜ਼ਾਰ ਨਹੀਂ ਕਰਦਾ। ਮੈਂ ਕਰਦਾ ਰਹਿੰਦਾ ਹੈ, ਮਨਮੁਖ ਤੂੰ ਤੂੰ ਨਹੀਂ ਕਹਿੰਦਾ। ਜਿਸ ਤਰ੍ਹਾਂ ਸਰੀਰ ਦੇਣ ਵਾਲੇ ਪ੍ਰਭੂ ਜੀ ਦਾ ਪੂਰਨ ਸਤਿਕਾਰ ਹੋ ਸਕੇ। ਮਾਨਸ ਜੀਵ ਤਮਾਂ ਦਾ ਲੱਦਿਆ ਹੋਇਆ, ਮੈਂ ਕਰਦਾ ਹੀ ਰਾਮ ਨਾਮ ਵਾਲੀ ਸ਼ਤਰੰਜ ਦੀ ਬਾਜੀ ਨੂੰ ਹਾਰ ਕੇ ਦੁਨੀਆਂ ਵਿੱਚੋਂ ਜਮਾਂ ਦਾ ਫੜਿਆ ਹੋਇਆ ਨਿਰਾਸ਼ ਹੋ ਕੇ ਚਲਾ ਜਾਂਦਾ ਹੈ। ਮਨਮੁਖ ਜ਼ਹਿਰੀ ਨਾਗ ਵਰਗਾ ਹੁੰਦਾ ਹੈ। ਉਸ ਵਿੱਚ ਦਇਆ ਦਰਦ ਬਿਲਕੁਲ ਨਹੀਂ ਹੁੰਦਾ। ਉਹਦੇ ਬੋਲ ਵਿੱਚ ਵੀ ਪੂਰੀ ਕੜਤਨ ਹੁੰਦੀ ਹੈ, ਜਿਸ ਨੂੰ ਭਲੇ ਬੁਰੇ ਕਰਮ ਦੀ ਕੋਈ ਵੀ ਸਾਰ ਨਹੀਂ ਹੁੰਦੀ। ਉਹ ਧਰਮੀ ਦੇ ਨਾਲ, ਉਹ ਪਾਪੀ ਦੇ ਨਾਲ ਜਾ ਸਿੱਧੀ ਪ੍ਰੀਤ ਕਰਦਾ ਹੈ। ਗੁਰਬਾਣੀ ਸੁਣਦੇ ਨਾਲੋਂ ਕਮੰਦੜੇ ਗੀਤਾਂ ਦੇ ਨਾਲ ਜਾ ਸਿੱਧੀ ਰੁਚੀ ਰੱਖਦਾ ਹੈ। ਗੁਰਬਾਣੀ ਫਰਮਾਨ ਕਰਦੀ ਹੈ, ਬੇਸ਼ੱਕ ਚੁਲਗੀਏ ਦੁੱਧ ਪਿਲਾਏ, ਸੱਪ ਭਲਾਈ ਨੇੜ ਨਹੀਂ ਆਵੈ। ਬੇਸ਼ੱਕ ਕਰੀਏ ਲੱਖ ਰਜੋਈ, ਮਨ ਮੁਖ ਮੰਨੇ ਬਾਤ ਨਾ ਕੋਈ। ਦਇਆ ਦਰਦ ਉਸ ਮੇ ਨਾ ਕੋਏ, ਸੰਤਾਂ ਦਾ ਵੀ ਦੁਸ਼ਮਣ ਹੋਏ। ਭਲਾ ਕਰਮ ਉਸ ਕੋ ਨਾ ਭਾਵੈ, ਬੁਰੇ ਕਰਮ ਕੀ ਜੋਤ ਜਗਾਵੈ। ਮੂਰਖ ਲੋੜੇ ਸਦਾ ਲੜਾਈ, ਮਨ ਵਿੱਚ ਵਸੇ ਨਾ ਭਲਿਆਈ। ਚੜਿਆ ਰੇ ਹਮੇਸ਼ਾ ਜ਼ਹਿਰ, ਚੱਤੋ ਪੈਰ ਕਮਾਵੇ ਕਹਿਰ। ਗਿਆਨ ਧਿਆਨ ਕੁਛ ਨਹੀਂ ਵਿਚਾਰ, ਬਣਿਆ ਫਿਰੇ ਬੜਾ ਹੁਸ਼ਿਆਰ। ਪਕੜ ਲਿਆ ਜਮਦੂਤਾਂ ਆਣ, ਵੱਡਾ ਆਕੜ ਖਾਨ ਪਠਾਨ। ਲੇਖੇ ਭਰਨੇ ਪਏ ਸਵਾਏ, ਜਿੰਨੇ ਜੱਗ ਦੇ ਵਿੱਚ ਪਾਪ ਕਮਾਏ। ਤੇ ਜਿੰਨੇ ਤੂੰ ਪਾਪ ਕਰਕੇ ਜਾਵੇਂਗਾ, ਅੱਗੇ ਭਰਨੇ ਪੈਣੇ ਹਨ।
ਜੁਰਮਾਨੇ ਤਾਰਨੇ ਪੈਣੇ ਹਨ, ਪਈ ਜਦੋਂ ਜਮਰੇ ਦੀ ਮਾਰ। ਰੋਵਣ ਲੱਗਾ ਜਾਰੋ ਜਾਰ, ਨਾਮ ਬਿਨਾ ਬੇਲੀ ਨੀ ਕੋਈ, ਇੱਥੇ ਉੱਥੇ ਮਿਲੇ ਨਾ ਢੋਈ। ਉਸ ਪਰਮ ਪਿਤਾ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਵੀ ਭਵਜਲ ਸਾਗਰ ਨੂੰ ਪਾਰ ਨਹੀਂ ਕਰਨਾ। ਨਰਕਾਂ ਖੋਲ ਖੜਾ ਬੰਜਾਰਾ, ਦੇਦਾ ਕੋਈ ਨਹੀਂ ਨਿਕ ਨਾਰਾ। ਖੋਟੇ ਕਰਮਾਂ ਨੂੰ ਪਛਤਾਵੈ, ਗਿਆ ਵਕਤ ਫੜਿਆ ਨਹੀਂ ਜਾਏ। ਪਾਪਾਂ ਵੱਲੋਂ ਮੁੜਿਆ ਚੀਤ, ਵੇਲਾ ਵਕਤ ਗਿਆ ਜਦ ਬੀਤ। ਦਿੱਤਾ ਮਾਲਕ ਨੇ ਤਰਕਾਰ, ਆਇਆ ਫਿਰ ਅੰਦਰ ਸੰਸਾਰ। ਜਦੋਂ ਵੇਲਾ ਵਕਤ ਬੀਤ ਗਿਆ ਤੇ ਉਦੋਂ ਪਾਪਾਂ ਦੇ ਵੱਲੋਂ ਮਨ ਮੋੜ ਲਿਆ। ਆਖਰ ਭਾਵ ਜਦੋਂ ਬੁਢੇਪਾ ਆ ਗਿਆ ਉਦੋਂ ਪਾਪਾਂ ਦੇ ਵੱਲੋਂ ਮਨ ਨੂੰ ਮੋੜ ਲਿਆ। ਫਿਰ ਕੀ ਹੋ ਸਕਦਾ ਹੈ, ਜਦੋਂ ਜਿਹੜਾ ਨਾਮ ਜਪਣ ਦਾ ਵੇਲਾ ਸੀ ਉਹ ਹੱਥੋਂ ਗਵਾ ਬੈਠਾ। ਵੇਲਾ ਵਕਤ ਗਿਆ ਜਦ ਬੀਤ, ਦਿੱਤਾ ਮਾਲਕ ਨੇ ਤਰਕਾਰ, ਆਇਆ ਫਿਰ ਅੰਦਰ ਸੰਸਾਰ। ਫਿਰ 84 ਲੱਖ ਜੂਨਾ ਵਾਲਾ ਜਾਮਾ ਭੋਗ ਕੇ ਫਿਰ ਇਸ ਮਾਤਲੁਕ ਦੀ ਧਰਤੀ ਤੇ ਆਇਆ। ਜਨਮ ਬਦਲ ਕੇ ਪਿਆ ਭਖਾਰੀ, ਜਿਹੜਾ ਸੀ ਵੱਡ ਮਾਇਆ ਧਾਰੀ। ਜਿਤਨੇ ਕੀਤੇ ਵਿਸ਼ੇ ਵਿਕਾਰ, ਉਤਨੀ ਵਾਰੀ ਭਇਆ ਲਾਚਾਰ। ਦਰ ਦਰ ਮੰਗੇ ਦਾਣਾ ਦਾਣਾ, ਪੂਰਬ ਜਨਮ ਅੰਦਰ ਸੀ ਰਾਣਾ। ਤੇ ਜਿਹੜਾ ਪਿਛਲੇ ਜਨਮ ਦੇ ਅੰਦਰ ਰਾਜਾ ਸੀਗਾ, ਗੁਰਬਾਣੀ ਫਰਮਾਨ ਕਰਦੀ ਹੈ, ਜਿਹੜਾ ਰਾਜਾ ਹੋ ਕੇ ਕਿਸੇ ਦੇ ਉੱਪਰ ਦਇਆ ਨਹੀਂ ਕਰਦਾ, ਪੁੰਨ ਦਾਨ ਨਹੀਂ ਕਰਦਾ, ਗੁਰਬਾਣੀ ਸਰਵਣ ਨਹੀਂ ਕਰਦਾ, ਤੇ ਉਸ ਨੂੰ ਦੂਸਰੇ ਜਨਮ ਦੇ ਵਿੱਚ ਫਿਰ ਭਿਖਾਰੀ ਦਾ ਜਾਮਾ ਪਹਿਨਾਇਆ ਜਾਂਦਾ ਹੈ। ਕਿ ਜਦੋਂ ਤੂੰ ਰਾਜਾ ਸੀ ਉਦੋਂ ਕਿਸੇ ਵੀ ਗਰੀਬ ਉੱਤੇ ਦਇਆ ਨਹੀਂ ਕੀਤੀ, ਪੁੰਨ ਦਾਨ ਨਹੀਂ ਕੀਤਾ। ਹੁਣ ਤੈਨੂੰ ਦਰ ਦਰ ਤੋਂ ਮੰਗ ਮੰਗ ਕੇ ਖਾਣਾ ਪਵੇਗਾ। ਜਨਮ ਬਦਲ ਕੇ ਪਿਆ ਭਿਖਾਰੀ, ਜਿਹੜਾ ਸੀ ਵੱਡ ਮਾਇਆ ਧਾਰੀ। ਜਿਤਨੇ ਕੀਤੇ ਵਿਸ਼ੇ ਵਿਕਾਰ, ਉਤਨੀ ਵਾਰੀ ਭਇਆ ਲਾਚਾਰ। ਦਰ ਦਰ ਮੰਗੇ ਦਾਣਾ ਦਾਣਾ, ਪੂਰਬ ਜਨਮ ਅੰਦਰ ਸੀ ਰਾਣਾ। ਪਿਛਲੇ ਕਰਮ ਅੱਗੇ ਜਦ ਆਏ, ਘੋਰ ਗਰੀਬੀ ਸਿਰ ਪਰ ਛਾਏ। ਗਈ ਅਮੀਰੀ ਮਿਲੀ ਫਕੀਰੀ, ਗਿਲ ਦਾ ਸਾ ਕਰਮਾਂ ਦੇ ਫਲ। ਜਿੱਥੇ ਮਿਲਣ ਅਨੇਕਾਂ ਸੁੱਖ, ਜਿੰਦੜੀ ਉਸ ਦੁਆਰੇ ਚੱਲ। ਜਿਸ ਪਰਮ ਪਿਤਾ ਪਰਮਾਤਮਾ ਦੇ ਕੋਲੋਂ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ, ਤੂੰ ਉਹਦੇ ਦਰ ਤੇ ਜਾ ਕੇ ਗੁਰਬਾਣੀ ਸੁਣਿਆ ਕਰ। ਗੁਰਬਾਣੀ ਫਰਮਾਨ ਕਰਦੀ ਹੈ, ਜਿਸ ਵਕਤ ਜਮਦੂਤ ਨਰਕੀ ਜੀਵਾਂ ਨੂੰ ਪਕੜ ਕੇ ਜਦੋਂ ਅਗਨੀ ਦੀ ਭੇਟ ਕਰਦੇ ਹਨ, ਤਾਂ ਮੂਰਖ ਜੀਵ ਨੂੰ ਬੁਰੇ ਕਰਮਾਂ ਦੀ ਸੋਝੀ ਫੇਰ ਪੈਂਦੀ ਹੈ ਕਿ ਬੁਰੇ ਕਰਮਾਂ ਦੇ ਫਲ ਅਗਨੀ ਹੈ, ਫੇਰ ਕੀ ਬਣ ਸਕਦਾ ਹੈ। ਵਕਤ ਬਹੁਤ ਦੂਰ ਜਾ ਚੁੱਕਾ ਹੁੰਦਾ ਹੈ। ਮਾਨਸ ਜੀਵ ਸਭ ਤੋਂ
ਉੱਚਾ ਜੀਵਨ ਹੈ। ਐਸਾ ਜੀਵਨ ਪਾ ਕੇ ਵੀ ਪਰਮਾਤਮਾ ਦਾ ਨਾਮ ਨਹੀਂ ਜਪਦਾ। ਗੁਰਬਾਣੀ ਸਰਵਣ ਨਹੀਂ ਕਰਦਾ, ਸਿਮਰਨ ਵੇਲੇ ਇਹਦੇ ਸਿਰ ਪਰ ਬੱਜਰ ਡਿੱਗ ਪੈਂਦਾ ਤੇ ਬੁਰੇ ਕਰਮ ਵਾਸਤੇ ਸਾਰੀ ਰਾਤ ਜਾਗ ਸਕਦਾ ਹੈ। ਪਰਮਾਤਮਾ ਦੀ ਬੰਦਗੀ ਦੇ ਵਿੱਚ ਅੱਧਾ ਘੰਟਾ ਬੈਠਣਾ ਵੀ ਇਸ ਨੂੰ 100 ਸਾਲ ਵਰਗਾ ਲੱਗਦਾ ਹੈ। ਜਾਨਵਰ ਛੋਟੇ ਜੀਵਨ ਦੇ ਵਿੱਚ ਬੈਠਾ ਵੀ ਉਹ ਪਲ ਪਲ ਆਪਣੇ ਪ੍ਰਭੂ ਜੀ ਨੂੰ ਯਾਦ ਕਰਦਾ ਹੈ ਤੇ ਮਾਨਸ ਜੀਵਾਂ ਵਰਗੇ ਸੁੰਦਰ ਵੀ ਨਹੀਂ। ਫਿਰ ਵੀ ਜਾਨਵਰ ਪੂਰਨ ਸਤਿਕਾਰ ਕਰਦੇ ਹਨ। ਉਸ ਪ੍ਰਭੂ ਜੀ ਨੂੰ ਤੂੰ ਹੀ ਧੰਨ ਤੇਰੀ ਕੁਦਰਤ ਕਹਿੰਦੇ ਹਨ। ਜੰਗਲਾਂ ਦੇ ਵਿੱਚ ਨਿਵਾਸ ਕਰਦੇ ਹਨ। ਭ੍ਰਿਗੂ ਜੀ ਦੱਸਦੇ ਹਨ ਕਿ ਜੀਵਨ ਤਾਂ ਮਾਨਸਾਂ ਦੇ ਨਾਲੋਂ ਜਾਨਵਰਾਂ ਦਾ ਬਹੁਤ ਘਟੀਆ ਹੈ, ਪਰ ਪਰਮਾਤਮਾ ਦਾ ਸਿਮਰਨ ਕਰਨ ਦੇ ਵਿੱਚ ਮਾਨਸਾਂ ਨਾਲੋਂ ਜਾਨਵਰਾਂ ਦਾ ਦਰਜਾ ਬਹੁਤ ਉੱਚਾ ਹੈ। ਜਾਨਵਰਾਂ ਦਾ ਦਰਜਾ ਮਾਨਸਾਂ ਦੇ ਨਾਲੋਂ ਬਹੁਤ ਉੱਚਾ ਹੈ ਤੇ ਜਿਹੜਾ ਨਾਮ ਜਪੇ ਪਰਮਾਤਮਾ ਨੂੰ ਤਾਂ ਉਹੀ ਚੰਗਾ ਹੈ, ਭਾਵੇਂ ਅੱਕ ਦਾ ਟਿੱਡਾ ਹੋਵੇ। ਜੂਨ ਕਜੂਨ ਆਪਣੇ ਅਮਲਾਂ ਦੇ ਸਿੱਟੇ ਹਨ। ਪਰਮਾਤਮਾ ਨੂੰ ਤਾਂ ਆਪਣੇ ਸਿਮਰਨ ਦੇ ਨਾਲ ਹੀ ਪ੍ਰੀਤ ਹੈ। ਜੇਕਰ ਨਾਮ ਨਾ ਜਪਦਾ ਹੋਵੇ ਉਸਨੇ ਮਾਨਸ ਨੂੰ ਕੀ ਕਰਨਾ ਹੈ? ਜੇ ਨਾਮ ਜਪਦਾ ਹੋਵੇ ਤਾਂ ਉਸ ਨੂੰ ਤਾਂ ਮਾਨਸ ਨਾਲੋਂ ਕੀੜਾ ਹੀ ਚੰਗਾ ਹੈ, ਭਾਵੇਂ ਉਹ ਗੰਦੀ ਨਾਲੀ ਵਿੱਚ ਪਿਆ ਹੈ। ਮਾਨਸਾਂ ਨੂੰ ਪਰਮਾਤਮਾ ਨੇ ਅਕਲ, ਬੁੱਧੀ, ਦਿਮਾਗ, ਚੰਗਾ ਸਰੀਰ, ਸੁੰਦਰਤਾਈ, 36 ਪ੍ਰਕਾਰ ਦੇ ਭੋਜਨ ਦਿੱਤੇ ਹੋਏ ਹਨ। ਇਤਨਾ ਕੁਝ ਹੋਏ ਵੀ ਉਸ ਪਰਮਾਤਮਾ ਦੀ ਯਾਦ ਦੇ ਵਿੱਚ ਨਹੀਂ ਜੁੜਦਾ। ਜਿਸ ਜਾਨਵਰ ਨੂੰ ਜੀਵਨ ਵੀ ਛੋਟਾ, ਸੁੰਦਰਤਾ ਵੀ ਕੋਈ ਨਹੀਂ, ਖਾਣ ਨੂੰ ਰੋੜ ਹਨ, ਪੈਣ ਨੂੰ ਕੰਡਿਆਂ ਦੇ ਵਿਛਾਉਣੇ ਹਨ, ਕੋਈ ਮਲ ਨਹੀਂ, ਕੱਖਾਂ ਦੇ ਅੱਲ ਨੇ ਹਨ ਜੋ ਥੋੜ੍ਹੀ ਜਿਹੀ ਹਵਾ ਚੱਲਣ ਦੇ ਨਾਲ ਧਰਤੀ ਉੱਤੇ ਗਿਰ ਜਾਂਦੇ ਹਨ। ਗਰਮੀਆਂ, ਸਰਦੀਆਂ, ਮੀਂਹ, ਹਨੇਰੀਆਂ, ਝੱਖੜ ਝੋਲੇ ਆਪਣੇ ਉੱਪਰ ਸਹਾਰਨੇ ਪੈਂਦੇ ਹਨ। ਇਤਨੀ ਮੁਸੀਬਤ ਵਿੱਚ ਪਏ ਹੋ ਵੀ ਹਰੀ ਜੀ ਦਾ ਨਾਮ ਜਪਦੇ ਹਨ, ਪਰਮਾਤਮਾ ਦਾ ਸਤਿਕਾਰ ਕਰਦੇ ਹਨ। ਜਨਮਰ ਸਿਮਰਨ ਦੇ ਬੜੇ ਹੀ ਪੱਕੇ ਨਿਤਨੇਮੀ ਹੁੰਦੇ ਹਨ। ਚੋਗ ਮਿਲੇ ਜਾਂ ਨਾ ਮਿਲੇ, ਸਿਮਰਨ ਵਾਸਤੇ ਸਭ ਤੋਂ ਪਹਿਲਾਂ ਤਿਆਰ ਹੁੰਦੇ ਹਨ। ਭਾਵੇਂ ਠੱਕਾ ਚੱਲਦਾ ਹੋਵੇ ਫਿਰ ਵੀ ਇੱਕ ਮਨ ਹੋ ਕੇ ਪ੍ਰਭੂ ਜੀ ਦੀ ਯਾਦ ਦੇ ਨਾਲ ਯਾਦ ਜੋੜਦੇ ਹਨ। ਮਾਨਸਾਂ ਦੇ ਕਰਮ ਵੀ ਜਾਨਵਰਾਂ ਦੇ ਨਾਲੋਂ
ਬਹੁਤ ਵੱਡੇ ਹਨ। ਜਾਨਵਰਾਂ ਦੇ ਕਰਮ ਮਾਨਸਾਂ ਨਾਲੋਂ ਬਹੁਤ ਛੋਟੇ ਹੁੰਦੇ ਹਨ, ਪਰ ਗੁਣ ਬਹੁਤ ਉੱਚੇ ਹੁੰਦੇ ਹਨ। ਜਾਨਵਰਾਂ ਦੇ ਵਿੱਚ ਮਾਨਸਾਂ ਦੇ ਨਾਲੋਂ ਵੱਡਾ ਇਹ ਗੁਣ ਹੈ, ਸਰਬ ਸੰਤੋਖ ਤੇ ਵੰਡ ਕੇ ਛਕਣਾ। ਦੂਸਰਾ ਗੁਣ ਮਾਨਸਾਂ ਦੇ ਨਾਲ ਜਾਨਵਰਾਂ ਦੇ ਵਿੱਚ ਇਹ ਵੱਡਾ ਹੈ, ਸਾਰੇ ਜਾਨਵਰਾਂ ਦਾ ਸਿਮਰਨ ਇੱਕੋ ਹੀ ਹੁੰਦਾ ਹੈ। ਉਹ ਮਾਨਸਾਂ ਵਾਂਗਰ ਆਪਣਾ ਸਿਮਰ ਨਹੀਂ ਬਦਲਦੇ, ਕਦੇ ਅੱਲਾ, ਕਦੇ ਰਾਮ, ਕਦੇ ਕਰੀਮ, ਕਦੇ ਸ਼ਾਮ। ਜਾਨਵਰਾਂ ਨੂੰ ਆਪਣੇ ਸਿਮਰਨ ਉੱਤੇ ਪੱਕਾ ਭਰੋਸਾ ਹੈ। ਇਹ ਨਹੀਂ ਕਦੇ ਚਿੰਤਾਪੁਰਨੀ, ਕਦੇ ਵਾਲਮੀਕ ਆਸ਼ਰਮ ਤੀਰਥ ਉੱਤੇ, ਕਦੇ ਗੰਗਾ, ਕਦੇ ਜਮਨਾ। ਗੰਗਾ ਗਏ ਤਾਂ ਗੰਗਾ ਰਾਮ, ਜਮਨਾ ਗਏ ਤੋ ਜਮਨਾ ਰਾਮ, ਨਾ ਕੁਝ ਮਿਲੇ ਤਾਂ ਰਾਧੇ ਸ਼ਾਮ। ਐਸੇ ਨਿਖੇਧ ਕਰਮ ਗੁਣ ਜਾਨਵਰਾਂ ਦੇ ਵਿੱਚ ਨਹੀਂ ਹੁੰਦੇ। ਇੱਕੋ ਹਰੀ ਉੱਪਰ ਯਕੀਨ ਰੱਖਦੇ ਹਨ, ਘੜੀ ਘੜੀ ਧਰਮ ਨਹੀਂ ਬਦਲਦੇ, ਨਾ ਹੀ ਕੋਈ ਊਚ ਨੀਚ ਵਾਲਾ ਘੋੜ ਹੈ, ਤੇ ਸਾਰੇ ਹੀ ਸਤਵਾਦੀ ਹਨ। ਤੀਸਰਾ ਗੁਣ ਜਾਨਵਰਾਂ ਦੇ ਵਿੱਚ ਇਹ ਵੱਡਾ ਗੁਣ ਹੁੰਦਾ ਹੈ, ਉਹਨਾਂ ਦੀ ਕਿਸੇ ਵੀ ਚੀਜ਼ ਉੱਪਰ ਮੇਰ ਤੇਰ ਨਹੀਂ ਹੁੰਦੀ। ਧਰਤੀ ਉੱਪਰ ਸਭ ਦਾ ਇੱਕੋ ਜਿਹਾ ਹੱਕ ਹੈ। ਇੱਕੇ ਬਿਰਛ ਉੱਪਰ ਬੈਠ ਕੇ ਅਨੇਕਾਂ ਜਾਨਵਰ ਸਰਬ ਸੰਤੋਖ ਦੇ ਨਾਲ ਇਕੱਠੇ ਹੀ ਜਲ ਛਕ ਲੈਂਦੇ ਹਨ। ਜਾਨਵਰਾਂ ਦੇ ਵਿੱਚ ਇਹ ਗੁਣ ਬਹੁਤ ਵੱਡਾ ਹੈ। ਇਤਫਾਕ, ਏਕਤਾ, ਖਿਮਾ, ਨਿਮਨ, ਨਿਰਮਤਾ ਹੁੰਦੀ ਹੈ। ਚੌਥਾ ਗੁਣ ਜਾਨਵਰਾਂ ਦੇ ਵਿੱਚ ਮਾਨਸਾਂ ਦੇ ਨਾਲ ਇਹ ਚੰਗਾ ਹੁੰਦਾ ਹੈ, ਜਾਨਵਰਾਂ ਦਾ ਆਪਸ ਦੇ ਵਿੱਚ ਊਚ ਨੀਚ ਵਾਲਾ ਕੋਈ ਵੀ ਮਤ ਭੇਦ ਨਹੀਂ ਹੁੰਦਾ, ਤੇ ਸਾਰੇ ਜਾਨਵਰ ਆਪਸ ਦੇ ਵਿੱਚ ਇੱਕ ਦੂਜੇ ਦੇ ਪੱਕੇ ਮਿੱਤਰ ਹੁੰਦੇ ਹਨ। ਕਿਸੇ ਵੀ ਰਕਮ ਦਾ ਉਹਨਾਂ ਵਿੱਚ ਵੈਰ ਭਾਵ ਆਪਸ ਦੇ ਵਿੱਚ ਨਹੀਂ ਹੁੰਦਾ। ਉਹਨਾਂ ਦਾ ਬੜਾ ਸੱਚਾ ਸੁੱਚਾ ਪਿਆਰ ਹੁੰਦਾ ਹੈ। ਪੰਜਵਾਂ ਗੁਣ ਜਾਨਵਰਾਂ ਦੇ ਵਿੱਚ ਮਾਨਸਾਂ ਦੇ ਨਾਲੋਂ ਇਹ ਵੱਡਾ ਹੁੰਦਾ ਹੈ, ਪਰਾਈ ਵਸਤੂ ਪਰ ਆਪਣਾ ਹੱਕ ਜਮਾਉਣਾ ਮਹਾਂ ਪਾਪ ਸਮਝਦੇ ਹਨ। ਤੇ ਜਿਹੜਾ ਭੋਜਨ ਆਪਣੀ ਚੁੰਝ ਵਿੱਚ ਹੋਵੇ ਉਸ ਨੂੰ ਆਪਣਾ ਸਮਝਦੇ ਹਨ। ਜਾਨਵਰਾਂ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਹਉਮੈ, ਦੁਬਤਾ, ਇਹ 7 ਵੱਡੇ ਭੂਤ ਉਹਨਾਂ ਦੇ ਨਾਲ ਨਹੀਂ ਹੁੰਦੇ। ਇਸੇ ਕਰਕੇ ਹੀ ਜਾਨਵਰ ਉਸ ਅਕਾਲ ਪੁਰਖ ਜੀ ਦਾ ਸਤਿਕਾਰ ਕਰਦੇ ਹਨ, ਬਹੁਤ ਧੰਨਵਾਦ ਕਰਦੇ ਹਨ। ਇਸੇ ਕਰਕੇ ਉਹ ਜਾਨਵਰ ਸਦਾ ਕਾਲ ਨਿਰਵੈਰ ਰਹਿੰਦੇ ਹਨ। ਉਹਨਾਂ ਵਿੱਚ ਆਪਣੇ ਪ੍ਰਭੂ ਜੀ ਦਾ ਭੈ ਬਹੁਤ ਜਾ ਸਤੀ ਹੁੰਦਾ। ਇਸੇ ਕਰਕੇ ਪਾਪਾਂ ਦੀ ਭੈੜੀ ਅੱਗ ਤੋਂ ਉਹ ਬਚੇ ਰਹਿੰਦੇ ਹਨ।
ਜਾਨਵਰਾਂ ਦੇ ਵਿੱਚ ਇਹ ਬਹੁਤ ਵੱਡਾ ਉੱਤਮ ਗੁਣ ਹੁੰਦਾ ਹੈ। ਇਹ ਗੁਣ ਮਾਨਸਾਂ ਵਿੱਚ ਨਹੀਂ ਹੁੰਦਾ। ਮਾਨਸ ਜੀਵ ਮਾਨਸ ਕੋਲੋਂ ਖੋਹ ਖਿੱਚ ਕੇ ਖਾਣ ਦੇ ਪੱਕੇ ਆਦੀ ਹੁੰਦੇ ਹਨ। ਪਰਾਏ ਹੱਕਾਂ ਉੱਪਰ ਕਬਜ਼ੇ ਕਰ ਕਰਕੇ ਆਪਣੀ ਅਮੀਰੀ ਵੱਡੀ ਕਰਦੇ ਹਨ। ਮਾਨਸਾਂ ਨੂੰ ਮਾਨਸ ਦਬਾਉਣ ਦਾ ਪੱਕਾ ਮਹਾਂ ਪਾਪੀ ਹੈ। ਇਹਨਾਂ ਕਰਮਾਂ ਕਰਕੇ ਹੀ ਨਰਕਾਂ ਦੀ ਅੱਗ ਦੇ ਵਿੱਚ ਵਾਰ-ਵਾਰ ਉਸੜਦਾ ਰਹਿੰਦਾ ਹੈ। ਮੁੜ ਮੁੜ ਕੇ ਜੰਮ ਕੇ ਮਰਦੇ ਨੂੰ ਕਦੇ ਲਾਜ ਨਹੀਂ ਆਉਂਦੀ। ਜਮਦੂਤ ਇਸ ਦਾ ਘੜੀ ਘੜੀ ਮੂੰਹ ਕਾਲਾ ਕਰਦੇ ਹਨ, ਪਰ ਇਹ ਆਪਣੀ ਭੈੜੀ ਬਾਣ ਨੂੰ ਛੱਡਣਾ ਨਹੀਂ, ਬਦਲਣਾ ਨਹੀਂ ਚਾਹੁੰਦਾ, ਭਾਵੇਂ 84 ਦੇ ਵਿੱਚ ਫਸਿਆ ਹੋਵੇ। ਉੱਤਮ ਗੁਣ ਕਿਸੇ ਵਿਰਲੇ ਬਹੁਤ ਵੱਡੇ ਮਹਾਂਗੁਰਮੁਖ ਦੇ ਵਿੱਚ ਹੁੰਦਾ ਹੈ। ਐਸਾ ਤਰਿਆ ਹੋਇਆ ਪੁਰਸ਼ ਸੰਸਾਰ ਦੇ ਵਿੱਚ ਕੋਈ ਵਿਰਲਾ ਹੀ ਉੱਤਮ ਹੁੰਦਾ ਹੈ, ਤੇ ਜਾਨਵਰ ਇਕੱਲੇ ਇਕੱਲੇ ਵਿੱਚ ਇਹ ਗੁਣ ਪਾਇਆ ਗਿਆ ਹੈ। ਇਸੇ ਕਰਕੇ ਜਾਨਵਰ ਮਾਨਸਾਂ ਦੇ ਨਾਲੋਂ ਉੱਚੇ ਗੁਣਾਂ ਵਾਲੇ ਹਨ। ਜਿਸ ਮਾਨਸ ਦੇ ਵਿੱਚ ਜਾਨਵਰਾਂ ਵਰਗੇ ਉੱਤਮ ਗੁਣ ਹੋਣ, ਉਹ ਮਹਾਂਪੁਰਸ਼ ਅਵਤਾਰ ਮੰਨਿਆ ਜਾਂਦਾ ਹੈ। ਇਸੇ ਕਰਕੇ ਭ੍ਰਿਗੂ ਜੀ ਕਹਿੰਦੇ ਹਨ ਕਿ ਜੀਵਨ ਦੇ ਵਿੱਚ ਜਾਨਵਰ ਮਾਨਸਾਂ ਨਾਲੋਂ ਛੋਟੇ ਹਨ, ਪਰ ਗੁਣਾਂ ਤੇ ਸਿਮਰਨ ਦੇ ਵਿੱਚ ਬਹੁਤ ਉੱਚੇ ਹਨ। ਜਾਨਵਰਾਂ ਨਾਲੋਂ ਜੀਵਨ ਵਿੱਚ ਮਾਨਸ ਜੀਵ ਉੱਤੇ ਹਨ, ਪਰ ਗੁਣਾਂ ਅਤੇ ਸਿਮਰਨ ਦੇ ਵਿੱਚ ਬਹੁਤ ਉਹ ਛੋਟੇ ਹਨ। ਜਾਨਵਰਾਂ ਦੇ ਵਿੱਚ ਇਹ ਪੱਕਾ ਨਿਯਮ ਹੁੰਦਾ ਹੈ। ਨਿਯਮ ਹੁੰਦਾ ਹੈ, ਸਿਰ ਭਾਵਾਂ ਦੁੱਖਾਂ ਦੇ ਪਹਾੜ ਢਹਿ ਜਾਣ, ਪਰ ਪਰਮਾਤਮਾ ਦਾ ਉਹ ਵਿਰਦ ਨਹੀਂ ਛੱਡਦੇ। ਜੰਗਲ ਦੇ ਵਿੱਚ ਆਜ਼ਾਦ ਰਹਿਣ ਵਾਲੇ ਜਾਨਵਰ ਸਦਾ ਹੀ ਤੰਦਰੁਸਤ ਰਹਿੰਦੇ ਹਨ, ਕਿਉਂਕਿ ਸਿਮਰਨ ਸਭ ਦੁੱਖਾਂ ਦਾ ਵੱਡਾ ਦਾਰੂ ਹੈ। ਉਹਨਾਂ ਦੇ ਕੋਲ ਪਰਮਪਿਤਾ ਪਰਮਾਤਮਾ ਦਾ ਸਿਮਰਨ ਹੁੰਦਾ ਹੈ। ਭ੍ਰਿਗੂ ਰਿਖੀ ਜੀ ਇਸ ਤਰ੍ਹਾਂ ਬਿਆਨ ਕਰਦੇ ਹਨ ਕਿ ਪਰਮਾਤਮਾ ਨੇ 84 ਲੱਖ ਜੂਨਾਂ ਬਣਾਈਆਂ ਹਨ, ਤੇ ਸਭਨਾ ਜੂਨਾਂ ਤੋਂ ਮਾਨਸ ਜੂਨ ਸ੍ਰੇਸ਼ਟ ਹੈ। ਬਹੁਤ ਸੁੰਦਰ ਅਮੋਲਕ ਹੀਰਾ ਜਨਮ ਹੈ। ਜੇ ਹੀਰਾ ਜਨਮ ਪਾ ਕੇ ਵੀ ਪਰਮਾਤਮਾ ਦਾ ਨਾਮ ਨਹੀਂ ਜਪਿਆ, ਤੇ ਫਿਰ ਹੀਰੇ ਜਨਮ ਦਾ ਕੀ ਫਾਇਦਾ ਹੈ। ਇਹ ਜੂਨ ਜੋ ਕੁਝ ਵੀ ਕਰਨਾ ਲੋੜੇ ਸੋ ਕੁਝ ਹੀ ਕਰ ਸਕਦੀ ਹੈ। ਮਾਨਸ ਜੀਵਨ ਵਿੱਚ ਪਰਮਾਤਮਾ ਨੇ ਬੇਅੰਤ ਉੱਤਮ ਗੁਣ ਭਰੇ ਹੋਏ ਹਨ। ਅਨੇਕਾਂ ਕਲਾ ਹਨ। ਮਾਨਸ ਜੂਨ ਸਭ ਜੂਨਾਂ ਦੀ ਸਰਦਾਰਨ ਜੂਨ ਹੈ। ਪਰਮਾਤਮਾ ਨੇ ਮਾਨਸ ਜੂਨ ਆਪਣੇ ਨੂਰ ਦੇ ਵਿੱਚ ਉਤਪਤ ਕੀਤੀ ਹੋਈ ਹੈ। ਜਿਸ ਤਰ੍ਹਾਂ ਮਾਨਸ ਜੂਨ ਹੈ, ਇਸੇ ਤਰ੍ਹਾਂ
ਨਿਰੰਕਾਰ ਜੀ ਦਾ ਸਰੂਪ ਹੈ। ਪਰਮਾਤਮਾ ਨੇ ਮਾਨਸ ਜੂਰ ਦੇ ਨਾਲ ਬਹੁਤ ਵੱਡਾ ਪਿਆਰ ਕੀਤਾ ਹੈ। ਪਰਮਾਤਮਾ ਨੇ ਮਾਨਸ ਜੂਨ ਨੂੰ ਬਹੁਤ ਜਾਸਤੀ ਪਦਾਰਥ ਦਿੱਤੇ ਹਨ। ਮਾਨਸ ਜੀਵਾਂ ਵਾਸਤੇ ਅਨੇਕਾਂ ਰੰਗ, ਮੇਲੇ, ਖੇਡਾਂ, ਤਮਾਸ਼ੇ ਰਚਾਏ ਹੋਏ ਹਨ। ਤਰ੍ਹਾਂ ਤਰ੍ਹਾਂ ਦੇ ਅੰਮ੍ਰਿਤ ਪ੍ਰਸ਼ਾਦ ਜੀਵਾਂ ਵਾਸਤੇ ਪੈਦਾ ਕੀਤੇ ਹਨ। ਮਾਨਸ ਜੀਵ ਆਪਣੇ ਕੋਲ ਇਤਨੇ ਸੁੱਖ ਹੁੰਦਿਆਂ ਹੋਇਆਂ ਵੀ ਤੇ ਪਰਮਾਤਮਾ ਦੀ ਯਾਦ ਭੁੱਲੀ ਬੈਠਾ ਹੈ। ਜਿਹੜੇ ਵਾਅਦੇ ਪਰਮਾਤਮਾ ਦੇ ਨਾਲ ਕੀਤੇ, ਨਾਮ ਜਪਣ ਦੇ ਵਾਅਦੇ ਕਰਕੇ ਆਇਆ, ਉਹ ਵਾਅਦੇ ਪੂਰੇ ਕਰਨੇ ਇਸ ਨੂੰ ਭੁੱਲ ਗਏ। ਤੇ ਜਿਹੜੇ ਵਾਅਦੇ ਕਰਕੇ ਜੀਵ ਦੁਨੀਆਂ ਦੇ ਵਿੱਚ ਜਨਮ ਧਾਰਦਾ ਹੈ, ਜੀਵ ਉਸ ਕੀਤੇ ਹੋਏ ਵਾਅਦੇ ਨੂੰ ਵਿਸਾਰ ਕੇ ਦੁੱਖਾਂ ਦਾ ਸ਼ਿਕਾਰ ਹੋ ਜਾਂਦਾ ਹੈ। ਵਾਅਦੇ ਪੂਰੇ ਉਹ ਨਹੀਂ ਕਰਦਾ। ਸਾਰੀ ਉਮਰ ਉਹ ਦੁੱਖ ਹੀ ਬਤੀਤ ਕਰਦਾ ਰਹਿੰਦਾ ਹੈ। ਦੁੱਖ ਭੋਗਦਾ ਭੋਗਦਾ ਬਤੀਤ ਕਰ ਦਿੰਦਾ। ਜੀਵ ਦੁਨੀਆ ਦੇ ਵਿੱਚ ਸੁੱਖਾਂ ਦੇ ਬਿਰਛ ਲਾਉਣ ਆਉਂਦਾ ਹੈ ਤੇ ਸੁੱਖਾਂ ਦੀ ਬਜਾਏ ਦੁੱਖਾਂ ਦੀਆਂ ਅਨੇਕਾਂ ਵਾੜੀਆਂ ਲਾ ਕੇ ਅੱਗੇ ਨੂੰ ਚਲਾ ਜਾਂਦਾ ਹੈ। ਮਾਨਸ ਜੀਵ ਦੁਨੀਆ ਦੇ ਵਿੱਚ ਜੈਸੇ ਜੈਸੇ ਬਿਰਛ ਲਾ ਕੇ ਜਾਂਦੇ ਹਨ, ਅੱਗੇ ਜਾਂਦਿਆਂ ਨੂੰ ਉਸੇ ਫਲ ਮਿਲਦੇ ਹਨ। ਜੇ ਪਰਮਾਤਮਾ ਦਾ ਨਾਮ ਸਿਮਰਨ ਜਪਿਆ, ਗੁਰੂ ਦੀ ਸੇਵਾ ਕੀਤੀ ਹੈ ਤਾਂ ਫਿਰ 84 ਲੱਖ ਜੂਨਾਂ ਤੋਂ ਫਾਰਗ ਹੋ ਜਾਂਦਾ। ਜੇ ਪਰਮਾਤਮਾ ਦਾ ਨਾਮ ਹੀ ਨਹੀਂ ਜਪਿਆ, ਕਿਸੇ ਗਰੀਬ ਉੱਪਰ ਦਇਆ ਨਹੀਂ ਕੀਤੀ, ਤਾਂ ਫਿਰ ਉਹਨਾਂ ਹੀ ਜੂਨਾਂ ਦੇ ਵਿੱਚ ਵਾਰ-ਵਾਰ ਘੁੰਮਣਾ ਪਵੇਗਾ, ਜਿਨ੍ਹਾਂ ਜੂਨਾਂ ਵਿੱਚ ਘੁੰਮ ਕੇ ਇਹ ਮਾਨਸ ਜੂਨ ਪ੍ਰਾਪਤ ਹੋਈ। ਪਰਮਾਤਮਾ ਦਾ ਮਾਨਸ ਜੀਵ ਦੇ ਨਾਲ ਇਹ ਵਾਅਦਾ ਹੁੰਦਾ ਹੈ ਕਿ ਇਹ ਮੇਰੇ ਜੀਵ ਦੁਨੀਆ ਦੇ ਵਿੱਚ ਜਾ ਕੇ ਮੇਰੇ ਸਭਨਾਂ ਦੇ ਨਾਲ, ਜੀਵਾਂ ਦੇ ਨਾਲ ਪਿਆਰ ਕਰੀਂ। ਕਿਸੇ ਜੀਵ ਦਾ ਦਿਲ ਨਾ ਦਿਖਾਈਂ। ਕਿਸੇ ਜੀਵ ਨੂੰ ਬੁਰੇ ਬਚਨ ਭੁੱਲ ਕੇ ਵੀ ਨਹੀਂ ਕਹਿਣਾ। ਸਾਰੇ ਮਾਨਸ ਜੀਵਾਂ ਦੇ ਨਾਲ ਇੱਕੋ ਜਿਹਾ ਪਿਆਰ ਕਰਨਾ। ਸਾਰੇ ਮਾਨਸ ਜੀਵ ਮੇਰਾ ਆਪਣਾ ਇੱਕ ਰੂਪ, ਇੱਕ ਪਰਿਵਾਰ ਹੈ। ਕਿਸੇ ਜੀਵ ਦੇ ਨਾਲ ਆਪਣੇ ਮਨ ਦੇ ਵਿੱਚ ਕਿਸੇ ਵੀ ਰਕਮ ਦਾ ਵੈਰ ਭਾਵ ਰੱਖ ਕੇ ਨਫ਼ਰਤ ਘਿਰਣਾ ਨਹੀਂ ਕਰਨੀ। ਨਫ਼ਰਤ ਘਿਰਣਾ ਪਾਪ ਹੈ, ਨਾ ਕਰ ਮੇਰੇ ਮੀਤ, ਜਿਤਨੇ ਜੀਵ ਜਹਾਨ ਮੇ ਕਾਰ ਸਭ ਨਾਲ ਪ੍ਰੀਤ। ਜੀਵ ਦੇ ਨਾਲ ਜੀਵ ਆਪਣੇ ਮਨ ਵਿੱਚ ਕਿਸੇ ਵੀ ਰਕਮ ਦਾ ਵੈਰ ਭਾਵ ਰੱਖ ਕੇ ਨਫ਼ਰਤ ਘਿਰਣਾ ਨਾ ਕਰੇ। ਸਾਰੇ ਜੀਵ ਇੱਕੋ ਜਿਹੇ ਤੇ ਜੀਵ ਨੀਵਾਂ ਉਹ ਹੁੰਦਾ ਹੈ ਜਿਹੜਾ ਕਿਸੇ ਨੂੰ ਆਪਣੇ ਨਾਲੋਂ ਨੀਵਾਂ ਸਮਝਦਾ ਹੈ। ਗੁਰਬਾਣੀ ਫਰਮਾਨ ਕਰਦੀ ਹੈ, ਮੇਰੀ ਧਰਮ ਮਰਿਆਦਾ ਦਾ ਇਹ ਅਸੂਲ ਹੈ ਕਿ ਕਿਸੇ ਜੀਵ
ਕਿਸੇ ਜੀਵ ਨੂੰ ਵੱਡਾ ਛੋਟਾ ਜਾਣਨਾ ਤੇ ਮੇਰੇ ਅਸੂਲ ਦੇ ਬਰਖਲਾਫ ਹੈ। ਮੇਰੇ ਅਸੂਲ ਦੇ ਇਹ ਬਰਖਲਾਫ ਹੈ। ਮਾਂ ਪਾਪ ਹੈ, ਧੋਖਾ ਹੈ, ਚਤਰਾਈ ਹੈ। ਐਸੇ ਪੁਰਸ਼ ਨੂੰ ਦੋਜ਼ਖ ਦੀ ਅੱਗ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਜੋ ਇਹ ਫਲ ਉਹਦੇ ਕਰਮਾਂ ਦੇ ਹੋਣਗੇ। ਇੱਕ ਮਾਤਾ ਪਿਤਾ ਦਾ, ਇੱਕ ਪਰਿਵਾਰ ਉੱਚਾ ਨੀਵਾਂ ਨਹੀਂ ਹੋ ਸਕਦਾ। ਸਾਰੇ ਮਾਨਸ ਜੀਵ ਇੱਕੋ ਰੂਪ ਹੁੰਦੇ ਹਨ। ਇਹ ਜੀਵ ਜਿਹੜੀ ਜਾਤ ਮੇਰੀ ਆਪਣੀ ਜਾਤ ਹੈ, ਉਹੀ ਮੇਰੇ ਸਭ ਜੀਵਾਂ ਦੀ ਹੁੰਦੀ ਹੈ। ਜਿਸ ਤਰ੍ਹਾਂ ਇੱਕ ਬਿਰਛ ਦੇ ਉੱਪਰ ਅਨੇਕਾਂ ਪੱਤਰ ਹੁੰਦੇ ਹਨ ਤੇ ਸਭਨਾਂ ਦਾ ਇੱਕ ਪੱਤਰ ਹੀ ਨਾਮ ਹੁੰਦਾ ਹੈ। ਪੱਤਰ ਸਾਰੇ ਇੱਕੋ ਰੂਪ ਦੇ ਵਿੱਚ ਹੁੰਦੇ ਹਨ ਤੇ ਵੱਡਾ ਛੋਟਾ ਕੋਈ ਨਹੀਂ ਹੁੰਦਾ। ਇਸੇ ਤਰ੍ਹਾਂ ਸਾਰੇ ਮਾਨਸ ਜੀਵਾਂ ਦਾ ਨਾਮ ਮਾਨਸ ਜੀਵ ਹੁੰਦਾ ਹੈ। ਇਸੇ ਤਰ੍ਹਾਂ ਸਾਰੇ ਮਾਨਸ ਜੀਵਾਂ ਦਾ ਨਾਮ ਮਾਨਸ ਜੀਵ ਹੁੰਦਾ ਹੈ, ਕੋਈ ਉੱਚਾ ਨੀਵਾਂ ਨਹੀਂ ਹੁੰਦਾ। ਜਿਹੜਾ ਜੀਵ ਦੇ ਨਾਲ ਊਚ ਨੀਚ ਦਾ ਫਰਕ ਸਮਝਦਾ ਹੈ, ਉਹ ਜੀਵ ਮਾਂ ਪਾਪੀ ਹੁੰਦਾ ਹੈ। ਉਸ ਮਾਨਸ ਦਾ ਘਰ ਦੋਜ਼ਖ ਤੋਂ ਉਰੇ ਨਹੀਂ ਹੁੰਦਾ, ਦੋਜ਼ਖ ਦੀ ਅੱਗ ਦੇ ਵਿੱਚ ਹੀ ਹੁੰਦਾ ਹੈ। ਫਿਰ ਗੁਰੂ ਜੀ ਇੱਥੇ ਇਸ ਤਰ੍ਹਾਂ ਦੱਸਦੇ ਹਨ ਕਿ ਜਿਹੜੇ ਜੀਵ ਆਪਣੇ ਜੀਵਾਂ ਦੇ ਨਾਲ ਊਚ ਨੀਚ ਨੂੰ ਮੁੱਖ ਰੱਖ ਕੇ ਉਹ ਨਫ਼ਰਤ ਘਿਰਣਾ ਕਰਦੇ ਹਨ, ਉਹਨਾਂ ਮਾਂ ਪਾਪੀ ਜੀਵਾਂ ਨੂੰ ਰਾਮ ਦੇ ਘਰ ਦੇ ਵਿੱਚ ਜਾ ਕੇ ਧਰਕਾਰਾਂ ਫਟਕਾਰਾਂ ਪੈਂਦੀਆਂ ਹਨ। ਮਾਂ ਦੋਸ਼ੀ ਜਾਣ ਕੇ ਨਰਕਾਂ ਦੇ ਵਿੱਚ ਛੱਡ ਦਿੱਤੇ ਜਾਂਦੇ ਹਨ ਤੇ ਜਿੱਥੇ ਤਰ੍ਹਾਂ ਤਰ੍ਹਾਂ ਦੀਆਂ ਸਜ਼ਾਵਾਂ ਭੁਗਤਦੇ ਹਨ। ਖੋਟੇ ਕਰਮਾਂ ਦੇ ਲੇਖੇ ਬਹੁਤ ਬੁਰੀ ਤਰ੍ਹਾਂ ਦੇ ਨਾਲ ਲਏ ਜਾਂਦੇ ਹਨ। ਸਭ ਤੋਂ ਗਰਕੀ ਜੂਨ ਕੀੜਾ ਹੁੰਦਾ ਹੈ ਤੇ ਜਿਹੜਾ ਗੰਦੀ ਨਾਲੀ ਦੇ ਵਿੱਚ ਪਿਆ ਆਪਣੇ ਪੂਰਬਲੇ ਨਿਖਿਧ ਕਰਮਾਂ ਨੂੰ ਯਾਦ ਕਰਕੇ ਰੋਂਦਾ ਰਹਿੰਦਾ ਹੈ। ਅਨੇਕਾਂ ਸਦੀਆਂ ਗੰਦੀ ਨਾਲੀ ਵਿੱਚ ਸੰਕਟ ਝੱਲ ਕੇ ਵੀ ਸਜ਼ਾ ਪੂਰੀ ਨਹੀਂ ਹੁੰਦੀ। 84 ਲੱਖ ਜੂਨਾਂ ਦੇ ਵਿੱਚ ਚੱਕਰ ਤਿਰਗਤ ਜੂਨਾਂ ਦਾ ਦਰਸ਼ਨ ਕਰਾਇਆ ਜਾਂਦਾ ਹੈ। ਤਰ੍ਹਾਂ ਤਰ੍ਹਾਂ ਦੇ ਰੋਗ ਸੋਗ ਨਰਕੀ ਜੀਵ ਨੂੰ ਇਸੇ ਤਰ੍ਹਾਂ ਚੰਬੇੜ ਦਿੱਤੇ ਜਾਂਦੇ ਹਨ। ਜਿਸ ਤਰ੍ਹਾਂ ਕਮਜ਼ੋਰ ਕੁੱਤੇ ਨੂੰ ਚਿੱਚੜ ਚਿੰਬੜੇ ਹੁੰਦੇ ਹਨ, ਜਿਸ ਤਰ੍ਹਾਂ ਉਸਨੇ ਆਪਣੇ ਵਰਗੇ ਜੀਵਾਂ ਦਾ ਖੂਨ ਪੀਤਾ ਹੁੰਦਾ ਹੈ ਨਾ, ਤੇ ਚਿਚੜਾ ਵਾਂਗਰ ਰੋਗ ਸੋਗ ਦੁੱਖ ਦਰਦ ਪਾਪੀ ਜੀਵ ਦਾ ਖੂਨ ਪੀਂਦੇ ਹਨ। ਗੁਰਬਾਣੀ ਫਰਮਾਨ ਕਰਦੀ ਹੈ, ਜੀਵਾਂ ਨਾਲ ਕਰੇ ਜੋ ਕਿਰਨਾ, ਗਿਲ ਦਾ ਸਾ ਦੋਜ਼ਖ ਵਿੱਚ ਗਿਰਨਾ। ਜੀਵਾ ਘਾਤ ਕਰੇ ਦਿਨ ਰਾਤੀ, ਲੇਖਾ ਕਿਸਮਤ ਭਰੇ ਸ਼ਿਕਾਰੀ।
ਜਾਣ ਕਿਸੇ ਦੀ ਨੂੰ ਤੜਫਾ ਕੇ ਕਹਿੰਦਾ ਹਾਂਡੀ ਬੜੀ ਕਰਾਰੀ, ਤੇ ਕਿਸੇ ਦੀ ਜਾਨ ਨੂੰ ਤੜਫਾ ਕੇ ਕਹਿੰਦਾ ਇਹ ਵਸਤੂ ਬਹੁਤ ਕਰਾਰੀ ਹੈ। ਜਾਨ ਕਿਸੇ ਦੀ ਨੂੰ ਤੜਫਾ ਕੇ ਕਹਿੰਦਾ ਹਾਂਡੀ ਬੜੀ ਕਰਾਰੀ, ਦੇਖ ਲੰਬੀ ਰਸ ਕੈਸਾ ਹੋਵੇ, ਆਵੇਗੀ ਜਦ ਤੇਰੀ ਵਾਰੀ। ਤੇ ਤੈਨੂੰ ਪਤਾ ਉਦੋਂ ਲੱਗੇਗਾ ਜਦੋਂ ਤੇਰੀ ਵਾਰੀ ਆਵੇਗੀ। ਗੁਰਬਾਣੀ ਫਰਮਾਨ ਕਰਦੀ ਹੈ, ਪਾਪੀ ਪੁਰਸ਼ ਨੂੰ, ਤਰ੍ਹਾਂ ਤਰ੍ਹਾਂ ਦੇ ਰੋਗ ਸੋਗ ਨਰਕੀ ਜੀਵ ਨੂੰ ਇਸ ਤਰ੍ਹਾਂ ਰੋਗ ਸੋਗ ਚਮੇੜ ਦਿੱਤੇ ਜਾਂਦੇ ਹਨ ਜਿਸ ਤਰ੍ਹਾਂ ਕਮਜ਼ੋਰ ਕੁੱਤੇ ਨੂੰ ਚਿੱਚੜ ਚਿੰਬੜੇ ਹੁੰਦੇ ਹਨ। ਤੇ ਉਹਦਾ ਉਹ ਖੂਨ ਚੂਸਦੇ ਰਹਿੰਦੇ ਹਨ। ਗੰਦੀ ਨਾਲੀ ਵਿੱਚ ਪਿਆ ਹੋਇਆ ਕੀੜਾ ਉਹ ਬੜੀਆਂ ਕੂਕਾਂ ਪੁਕਾਰਾਂ ਕਰਦਾ ਹੈ, ਪਰ ਉਸ ਦੀ ਕੂਕ ਪੁਕਾਰ ਕੌਣ ਸੁਣੇ? ਜਦੋਂ ਪਰਮਾਤਮਾ ਦਾ ਸਿਮਰਨ ਨਹੀਂ ਕੀਤਾ, ਗੁਰਬਾਣੀ ਸਰਵਨ ਕੀਤੀ, ਅਮਲ ਨਹੀਂ ਕੀਤਾ, ਗੁਰੂ ਘਰ ਦੇ ਵਿੱਚ ਆ ਕੇ ਸੇਵਾ ਨਹੀਂ ਕੀਤੀ, ਚੰਗੇ ਕਰਮ ਨਹੀਂ ਕੀਤੇ, ਚੋਰੀਆਂ ਯਾਰੀਆਂ ਠੱਗੀਆਂ ਧੋਖੇ ਮਕਰ ਫਰੇਬ ਪਖੰਡ ਚਤਰਾਈਆਂ ਕਰਦਾ ਰਿਹਾ, ਕਿਸੇ ਗਰੀਬ ਇਨਸਾਨ ਪਰ ਦਇਆ ਨਹੀਂ ਆਈ, ਸਗੋਂ ਉਸ ਨੂੰ ਸਾਰੀ ਉਮਰ ਮੁਸ਼ਕਤ ਦਾ ਭਾਰ ਪਾ ਕੇ ਤੇ ਥੱਲੇ ਦਬਾਈ ਰੱਖਦਾ ਹੈ। ਸੁੱਖ ਦਾ ਸਾਹ ਕਦੇ ਵੀ ਨਹੀਂ ਉਸ ਨੂੰ ਲੈਣ ਦਿੰਦਾ। ਉਹਦੀ ਜਿੰਦੜੀ ਨੂੰ ਇਸ ਤਰ੍ਹਾਂ ਤਪਾਈ ਰੱਖਦਾ ਹੈ ਜਿਵੇਂ ਬਾਲਣ ਪਾ ਪਾ ਕੇ ਤੰਦੂਰ ਨੂੰ ਤਪਾਇਆ ਜਾਂਦਾ ਹੈ। ਪਰਮਾਤਮਾ ਨੂੰ ਸਾਰੇ ਮਾਨਸ ਜੀਵ ਇੱਕੋ ਜਿਹੇ ਹਨ, ਕਿਉਂਕਿ ਉਸ ਕਰਤਾ ਜੀ ਨੇ ਸਾਰੇ ਮਾਨਸ ਜੀਵਾਂ ਨੂੰ ਆਪਣੀ ਨੂਰੀ ਆਤਮਾ ਵਿੱਚ ਉਤਪਤ ਕੀਤਾ ਹੈ। ਜੰਮਣਾ ਮਰਨਾ ਸਭਨਾਂ ਦਾ ਇੱਕੋ ਰੂਪ ਦੇ ਵਿੱਚ ਕੀਤਾ ਹੈ। ਖਾਣਾ ਪੀਣਾ ਪਹਿਨਣਾ ਤੁਰਨਾ ਫਿਰਨਾ ਬੋਲਣਾ ਚੱਲਣਾ ਸਭਨਾਂ ਜੀਵਾਂ ਦਾ ਇੱਕੋ ਰੂਪ ਦੇ ਵਿੱਚ ਕੀਤਾ ਹੈ। ਪਰਮਾਤਮਾ ਨੇ ਸਭਨਾਂ ਮਾਨਸ ਜੀਵਾਂ ਨੂੰ ਪੰਜ ਤੱਤਾਂ ਦੇ ਵਿੱਚ ਸਾਜਿਆ ਹੈ। ਅੰਗ ਪੈਰ ਸਭਨਾਂ ਜੀਵਾਂ ਦੇ ਕਰਤਾਰ ਜੀ ਨੇ ਇੱਕੋ ਜਿਹੇ ਲਾਏ ਹੋਏ ਹਨ। ਸਭਨਾਂ ਜੀਆਂ ਦੇ ਖੂਨ ਦਾ ਰੰਗ ਲਾਲ ਹੈ। ਸਭਨਾਂ ਜੀਆਂ ਦੇ ਖੂਨ ਦਾ ਰੰਗ ਲਾਲ ਹੈ। ਤਾਂ ਹੀ ਗੁਰਬਾਣੀ ਫਰਮਾਨ ਕਰਦੀ ਹੈ, ਏਕ ਮਿੱਟੀ ਕਾ ਪਿਆ ਪੰਡਾਲ, ਰਾਜਾ ਹੋਵੇ ਪਵਾਂ ਕੰਗਾਲ, ਸਭਨਾ ਤੋਂ ਇੱਕ ਮੌਤ ਲਜਾਏ, ਸਿਮਰਨ ਬਾਜ ਮੁਕਤ ਨਹੀਂ ਪਾਏ। ਕਿ ਜੋ ਕੁਝ ਪਰਮਾਤਮਾ ਨੇ ਸਾਜ ਦਿੱਤਾ ਸਭ ਇੱਕੋ ਜਿਹਾ ਹੈ। ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ। ਸਿਮਰਨ ਬਾਜ ਮੁਕਤ ਨਾ ਪਾਏ, ਏਕ ਪਿਤਾ ਕੋ ਪਿਆ ਜਹਾਨ, ਪੰਡਤ ਕੂੜਾ ਕਰੇ ਬਿਆਨ। ਕਿ ਮਾਤਾ ਪਿਤਾ
ਵੀ ਸਭਨਾਂ ਦਾ ਇੱਕੋ ਹੀ ਹੈ। ਆਵਣ ਜਾਵਣ ਸਭ ਕਾ ਏਕ, ਲਿਖਿਆ ਵਿੱਚ ਰਮੈਣ ਵਿਵੇਕ। ਤੇ ਸਭਨਾਂ ਦਾ ਆਵਣ ਜਾਵਣ ਵਾਲਾ ਰਸਤਾ ਇੱਕੋ ਹੀ ਹੈ। ਜੇ ਕੋ ਆਖੇ ਮੈਂ ਬਹੁਤ ਵੱਡਾ ਗੁਣੀ ਆ, ਮੇਰੀ ਜਾਤ ਉੱਚੀ ਹੈ, ਜਦੋਂ ਗੁਰਬਾਣੀ ਫਰਮਾਨ ਕਰਦੀ ਹੈ ਕਿ ਸਭਨਾਂ ਦਾ ਆਵਣ ਜਾਵਣ ਵਾਲਾ ਰਸਤਾ ਇੱਕੋ ਹੀ ਹੈ। ਜੀਵਾਂ ਨਾਲ ਕਰੇ ਜੋ ਘਿਰਨਾ, ਗਿਲ ਦਾ ਸਾਧ ਦੋਜਕ ਦੇ ਵਿੱਚ ਗਿਰਨਾ। ਤੇ ਜਿਹੜੇ ਨਫ਼ਰਤ ਘਿਰਨਾ ਕਰਦੇ ਹਨ ਉਹ ਦੋਜਕ ਦੇ ਵਿੱਚ ਗਿਰ ਜਾਂਦੇ ਹਨ। ਜਿਤਨੇ ਜੀਵ ਇਹ ਜੰਤ ਖੰਡਾ ਬ੍ਰਹਿਮੰਡਾਂ ਦੇ ਵਿੱਚ ਨਿਵਾਸ ਕਰਦੇ ਹਨ, ਸਾਰੇ ਜੀਵ ਜੰਤ ਪਰਮਾਤਮਾ ਦੀ ਇੱਕ ਨੂਰੀ ਆਤਮਾ ਦੇ ਵਿੱਚੋਂ ਸਾਜੇ ਹਨ। ਸਭ ਜੀਵ ਜੰਤ ਪਰਮਾਤਮਾ ਦਾ ਆਪਣਾ ਇੱਕ ਪਰਿਵਾਰ ਹੈ, ਬ੍ਰਹਮ ਵਿਸਾਰ ਹੈ। ਪਰਮਾਤਮਾ ਦੀ ਰੋਸ਼ਨੀ ਹੀ ਨੂਰ ਅਜਰ ਅਮਰ ਆਤਮਾ ਹੈ, ਤੇ ਜਿਹੜੀ ਕਦੇ ਜੰਮਣ ਮਰਨ ਦੇ ਵਿੱਚ ਨਹੀਂ ਆਈ। ਉਹਦੇ ਗੁਰਮੁਖ ਲੋਕ ਜੱਗ ਦੇ ਵਿੱਚ ਆ ਕੇ ਉਹਦੇ ਸੱਚੇ ਮਾਰਗ ਦੇ ਨਾਲ ਜੀਵਾਂ ਨੂੰ ਜੋੜ ਕੇ ਭਵਜਲ ਸਾਗਰ ਦੇ ਵਿੱਚੋਂ ਪਾਰ ਕਰਦੇ ਹਨ। ਤੇ ਜਿਹੜਾ ਜੀਵ ਪਰਮਾਤਮਾ ਦਾ ਸੱਚਾ ਸੁੱਚਾ ਅਵਤਾਰ ਹੋਵੇ, ਨਾਮ ਸਿਮਰਨ ਦਾ ਪੂਰਾ ਉਪਾਸ਼ਕ ਹੋਵੇ, ਆਪਣੇ ਆਪ ਨੂੰ ਕੁਝ ਵੀ ਨਹੀਂ ਜਾਣਦਾ ਹੋਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਹਉਮੈ ਦੁਬਤਾ ਦੀ ਅੱਗ ਤੋਂ ਬਚਿਆ ਹੋਵੇ, ਤੇ ਮਨ ਬੜਾ ਸਾਫ਼ ਹੋਵੇ। ਮਨ ਦੇ ਵਿੱਚ ਕਿਸੇ ਵੀ ਰਕਮ ਦੀ ਦੁਈ ਦਵੈਤ ਨਾ ਹੋਵੇ, ਸਾਰੇ ਮਾਨਸ ਜੀਵਾਂ ਦੇ ਨਾਲ ਇੱਕੋ ਜਿਹਾ ਪਿਆਰ ਕਰਦਾ ਹੋਵੇ। ਦੁਨੀਆ ਐਸੇ ਮਹਾਂਪੁਰਸ਼ ਦੀ ਪੁਜਾਰੀ ਬਣ ਜਾਂਦੀ ਹੈ। ਪਰਮਾਤਮਾ ਉਸ ਗੁਰਮੁਖ ਦੇ ਮਗਰ ਭੱਜਾ ਫਿਰਦਾ। ਪੂਰਨ ਸੰਤ ਜਾਂ ਮਹਾਨ ਅਵਤਾਰ ਦੀ ਇਹ ਨਿਸ਼ਾਨੀ ਹੁੰਦੀ ਹੈ ਕਿ ਉਹ ਸਭਨਾਂ ਦੇ ਨਾਲ ਇੱਕੋ ਜਿਹਾ ਪਿਆਰ ਪ੍ਰਗਟ ਕਰਦੇ ਹਨ। ਊਚ ਨੀਚ ਦਾ ਭੂਤ ਉਹਨਾਂ ਦੇ ਵਿੱਚ ਨਹੀਂ ਹੁੰਦਾ, ਕਿਸੇ ਜੀਵ ਦੇ ਨਾਲ ਨਫ਼ਰਤ ਘਿਰਨਾ ਨਹੀਂ ਕਰਦੇ। ਉਹ ਦਰ ਪਰਿਆਈਆਂ ਪਾਸ਼ਕਾਂ ਨੂੰ ਇੱਕੋ ਜਿਹਾ ਨਾਮਦਾਨ ਬਖਸ਼ਦੇ ਹਨ। ਜਿਹੜਾ ਉਹਨਾਂ ਦੇ ਨਾਲ ਪ੍ਰੀਤ ਕਰੇ, ਗੁਰੂ ਜੀ ਸਭਨਾਂ ਦੇ ਪਦਾਰਥ ਭੋਗ ਲਾ ਦਿੰਦੇ ਹਨ। ਉਹਨਾਂ ਦਾ ਨਾਮ ਰੂਪੀ ਚੋਲਾ ਹਉਮੈ ਦੀ ਮੈਲ ਤੋਂ ਬਚਿਆ ਹੁੰਦਾ ਹੈ। ਉਹ ਦੁਨੀਆ ਦੇ ਵਿੱਚ ਨਿਰਭੈ ਹੋ ਕੇ ਸੱਚਾ ਪ੍ਰਚਾਰ ਕਰਦੇ ਹਨ। ਦੁਨੀਆ ਦੇ ਵਿੱਚ ਏਕਤਾ ਦਾ ਬੀਜ ਬੀਜ ਕੇ ਜਾਂਦੇ ਹਨ। ਆਪਣੇ ਸ਼ਬਦ ਦੀ ਟੇਕ ਇਸ ਜਗ੍ਹਾ ਪਰ ਰੱਖਦੇ ਹਨ। ਓਮ ਨਾਮ ਸਤ ਹੈ, ਹਰੀ ਨਾਮ ਸਤ ਹੈ, ਰਾਮ ਨਾਮ ਸਤ ਹੈ। ਇਹ ਸੰਸਾਰ ਸਭ ਮਿਥਿਆ ਹੈ। ਅੱਖੀਂ ਦਿਸਦਾ ਪਸਾਰ ਇਹ ਸਭ ਚੱਲੇਗਾ। ਚੰਦ ਸੂਰਜ ਸਭ ਤਾਰੇ, ਅਗਨ ਪਵਨ ਜਲ ਧਰਤੀ, ਗਗਨ ਇੱਕ ਨਿਰੰਕਾਰ ਜੀ ਤੋਂ ਬਿਨਾਂ ਇਹ ਸਭ ਵਿਨਾਸ਼ ਹੋ ਜਾਣੇ ਹਨ। ਪਰਮਾਤਮਾ ਦੀ ਉਤਪਤੀ ਵਿੱਚ ਊਚ ਨੀਚ ਦਾ ਕੋਈ ਵੀ ਸੰਬੰਧ ਨਹੀਂ। ਜਿਤਨੇ ਮਾਨਸ ਜੀਵ ਜੰਤ ਹਨ, ਸਭ ਇੱਕੋ ਰੂਪ ਦੇ ਵਿੱਚ ਹਨ।
ਗੁਰਬਾਣੀ ਫਰਮਾਨ ਕਰਦੀ ਹੈ, ਸ਼ਲੋਕ ਮੰਦਾ ਕਿਸਨੂੰ ਆਖੀਏ, ਏਕ ਰੂਪ ਇਨਸਾਨ ਮੰਦਾ ਉਸ ਨੂੰ ਕਹਿ ਮਨਾ, ਜਿਸ ਵਿੱਚ ਵਸੇ ਸ਼ੈਤਾਨ। ਸਭ ਕੋ ਏਕ ਪਛਾਣਦੇ, ਸਤਵਾਦੀ ਹਰ ਲੋਗ। ਸਿਮਰਨ ਬਾਜ ਨ ਉਤਰੇ, ਜੋ ਮਮਤਾ ਦਾ ਰੋਗ। ਰੋਗ ਸੋਗ ਸਭ ਮਿਟ ਗਿਆ, ਜਪਿਆ ਜਦੋਂ ਗੋਪਾਲ। ਪਾਪ ਕਰੇ ਵਿੱਚ ਜਗ ਦੇ, ਚੱਲਣ ਅੱਗੇ ਨਾਲ। ਤੇ ਜਿੰਨੇ ਤੂੰ ਪਾਪ ਕਰੇਂਗਾ, ਇਹ ਸਭ ਨਾਲ ਚੱਲਣਗੇ। ਪਰਮਪਿਤਾ ਪਰਮਾਤਮਾ ਦਾ ਨਾਮ ਜਪ ਕੇ ਇਹ ਰੋਗ ਸੋਗ ਸਭ ਮਿਟ ਜਾਂਦੇ ਹਨ। ਖਬਰ ਨਹੀਂ ਪਰਦੇਸੀਆ, ਮੁੜਨਾ ਦੇਖ ਜਹਾਨ। ਭੁੱਲੀ ਬੈਠਾ ਉਸ ਨੂੰ ਜਿਹੜਾ ਅਸਲ ਮਕਾਨ। ਮਿਰਤਕ ਆਵਾਜ਼ਾਂ ਮਾਰਦੀ, ਮੁੜਿਆ ਮੁੜ ਕੇ ਚੰਦ। ਲੁੱਟੇ ਵਿੱਚ ਜਹਾਨ ਦੇ, ਕਰ ਕਰ ਪਾਪ ਆਨੰਦ। ਸੁਣ ਸੁਣ ਅੰਮ੍ਰਿਤ ਬਾਣੀਆਂ, ਦੇਂਦਾ ਮਨੋ ਵਿਸਾਰ। ਬਿਨ ਅਮਲਾ ਨਰ ਮੂਰਖਾ, ਜਮ ਘਰ ਪੈਂਦੀ ਮਾਰ। ਲੇਖੇ ਪੈਂਦੇ ਤਾਰਨੇ, ਧਰਮ ਰਾਜ ਕੇ ਦਵਾਰ। ਗਿਲ ਦਾ ਸਾਹ ਸੱਚ ਬੋਲੀਏ, ਰੱਬ ਕਰ ਮਿਲੇ ਪਿਆਰ। ਪਾਪੀ ਪਾਪ ਕਮਾਨਿਆ, ਡੋਬਲ ਵੇ ਮਝਧਾਰ। ਪਾਪੀ ਪਾਪ ਕਮਾਨਿਆ, ਡੋਬਲ ਵੇ ਮਝਧਾਰ। ਸਤਨਾਮ ਸ੍ਰੀ ਗੁਰੂ ਵਾਲਮੀਕਿ ਮਹਾਰਾਜ ਜੀਓ। ਜੋ ਬੋਲੇ ਸੋ ਨਿਰਭੈ। ਭਗਵਾਨ ਵਾਲਮੀਕਿ ਮਹਾਰਾਜ ਕੀ ਜੈ। ਸ਼੍ਰੀ ਸ਼੍ਰੀ 108 ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਕੀ ਜੈ। ਧੰਨ ਧੰਨ ਬ੍ਰਹਮ ਗਿਆਨੀ ਸੰਤ ਗੁਰੂ ਗੁਰਦੇਵ ਸਿੰਘ ਮਹਾਰਾਜ ਕੀ ਜੈ। ਗੱਦੀ ਤੇ ਬਿਰਾਜਮਾਨ ਜਗ ਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਰਮੈਣ ਸਾਹਿਬ ਮਹਾਰਾਜ ਕੀ ਜੈ। ਜੋ ਬੋਲੇ ਸੋ ਨਿਰਭੈ। ਗੁਰੂ ਵਾਲਮੀਕਿ ਮਹਾਰਾਜ ਕੀ ਜੈ। ਜਪ ਲੋ ਧੰਨ ਗੁਰੂ ਵਾਲਮੀਕ ਜੀ। 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 ਜਪ ਲੋ ਧੰਨ ਗੁਰੂ
ਵਾਲਮੀਕ ਜੀ। ਜਪ ਲੋ ਧੰਨ ਗੁਰੂ ਵਾਲਮੀਕ ਜੀ। ਜਪ ਲੋ ਧੰਨ ਗੁਰੂ ਵਾਲਮੀਕ ਜੀ। ਸਭ ਦਾ ਸਹਾਰਾ ਪ੍ਰਭੂ ਵਾਲਮੀਕ ਜੀ। ਜਪ ਲੋ ਧੰਨ ਗੁਰੂ ਵਾਲਮੀਕ ਜੀ। ਸਭ ਦਾ ਸਹਾਰਾ ਪ੍ਰਭੂ ਵਾਲਮੀਕ ਜੀ। ਜਪ ਲੋ ਧੰਨ ਗੁਰੂ ਵਾਲਮੀਕ ਜੀ। ਸਭ ਦਾ ਸਹਾਰਾ ਪ੍ਰਭੂ ਵਾਲਮੀਕ ਜੀ। ਜੋ ਬੋਲੇ ਸੋ ਨਿਰਭੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ। ਸ਼੍ਰੀ 108 ਸਤਿਗੁਰੂ ਗਿਆਨਨਾਥ ਮਹਾਰਾਜ ਕੀ ਜੈ। ਜੋ ਜੀਵ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਜਾਵੇ। ਹੋਏ ਵਾਲਮੀਕ ਨਾਮ ਚੜ੍ਹਦੀ ਕਲਾ। ਤੇਰੇ ਭਾਣੇ ਸਰਬੱਤ ਜੀਆਂ ਦਾ ਭਲਾ।